तड़के तड़के। ਵੈਲਕਮ ਬੈਕ ਫਰੈਂਡਸ। ਤੜਕੇ ਤੜਕੇ 'ਚ ਇੱਕ ਵਾਰ ਫਿਰ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ। ਤੇ ਮਨਮੀਤ, ਹੁਣ ਅਸੀਂ ਕਿਉਂ, ਕਿੱਥੇ ਤੇ ਕਦ ਲਈ ਜਾ ਰਹੇ ਹਾਂ? ਮੇਰਾ ਮਤਲਬ ਕਬ, ਕਿਉਂ ਔਰ ਕਹਾਂ। ਜਿੱਥੇ ਤੱਕ ਕਬ ਦਾ ਸਵਾਲ ਹੈ ਨਾ ਤਾਂ ਅਸੀਂ ਹੁਣੇ ਹੀ ਜਾ ਰਹੇ ਹਾਂ। ਕਿੱਥੇ ਦੀ ਗੱਲ ਆਂਦੀ ਹੈ ਤੇ ਅਸੀਂ ਉੱਥੇ ਹੀ ਜਾ ਰਹੇ ਹਾਂ ਜਿੱਥੇ ਸਾਡੇ ਮਹਿਮਾਨ ਬੈਠੇ ਹੈ। ਤੇ ਕਿਉਂ ਦਾ ਜਵਾਬ ਇਹ ਹੈ ਕਿ ਕਿਉਂਕਿ ਸਾਡੇ ਦਰਸ਼ਕ ਇੰਤਜ਼ਾਰ ਕਰ ਰਹੇ ਮਹਿਮਾਨ ਨੂੰ ਮਿਲਣ ਦਾ ਬਈ। ਜੀ ਦੋਸਤੋ, ਤੇ ਸਾਡੇ ਜਿਹੜੇ ਅੱਜ ਦੇ ਮਹਿਮਾਨ ਨੇ ਉਹਨਾਂ ਦਾ ਸੰਬੰਧ ਵੀ ਇਹਨਾਂ ਤਿੰਨ ਲਫ਼ਜ਼ਾਂ ਦੇ ਨਾਲ ਹੈ ਜੀ, ਕਬ, ਕਿਉਂ, ਕਹਾਂ। ਕਿਉਂਕਿ ਉਹ ਕ੍ਰਾਈਮ ਸਟੋਰੀ ਰਾਈਟਰ ਨੇ, ਉਹ ਸੱਚੀਆਂ ਕਹਾਣੀਆਂ ਲਿਖਦੇ ਨੇ। ਸਾਡੀ ਮੁਰਾਦ ਬਹੁਤ ਹੀ ਮਸ਼ਹੂਰ ਇਨਵੈਸਟੀਗੇਟਿਵ ਸਟੋਰੀ ਰਾਈਟਰ जनाब मनोहर शुक्ला जी ਜਿਹੜੇ ਅੱਜ ਦੇ ਸਾਡੇ ਮਹਿਮਾਨ ਨੇ। ਸੋ ਦੋਸਤੋ ਆਓ ਚੱਲਦੇ ਹਾਂ ਮਨੋਹਰ ਸ਼ੁਕਲਾ ਜੀ ਦੇ ਕੋਲ ਤੇ ਜਾਣਦੇ ਹਾਂ ਕਿ ਉਹਨਾਂ ਨੇ ਕ੍ਰਾਈਮ ਸਟੋਰੀਜ਼ ਲਿਖਣਾ ਸ਼ੁਰੂ ਕੀਤਾ ਕਬ, ਕਿਉਂ ਔਰ ਕਹਾਂ। ਸ਼੍ਰੀ ਮਨੋਹਰ ਸ਼ੁਕਲਾ ਜੀ, ਤੜਕੇ ਤੜਕੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮਨੋਹਰ ਕਹਾਣੀਆਂ ਵਾਲੇ ਮਨੋਹਰ ਸ਼ੁਕਲਾ ਜੀ, ਇਹ ਗੁਨਾਹਗਾਰਾਂ ਨੂੰ ਟਰੈਪ ਕਰਦੇ ਨੇ, ਅਸੀਂ ਅੱਜ ਇਹਨਾਂ ਨੂੰ ਟਰੈਪ ਕਰ ਲਿਆ। ਇੱਕ ਗੱਲ ਪੁੱਛਣੀ ਚਾਹਾਂਗੇ ਕਿ ਮਨੋਹਰ ਕਹਾਣੀਆਂ ਤੁਹਾਡੇ ਕਰਕੇ मनोहर कहानियां बनिया या तुसी उन्हां करके मनोहर शुक्ला बने? जी, मनोहर कहानियां करके मैं मनोहर शुक्ला बनया जी, क्योंकि मनोहर कहानियां तो बहुत पुराना मैगजीन है। अच्छा जी, 60 साल पुराना मैगजीन है जी। मैं इन्हां नाल 78 च जुड़े हैं जी। कह सकते हैं कि मनोहर कहानियां करके मनोहर शुक्ला जी। जी शुक्ला साहब, ਜਿਹੜੀ ਤੁਸੀਂ ਪਹਿਲਾਂ ਕਹਾਣੀ ਲਿਖੀ ਸੀ ਜੀ, ਰੂਮਮੇਟ, ਇਸ ਵੇਲੇ ਤੁਸੀਂ ਵੀ ਸਾਡੇ ਰੂਮਮੇਟ ਹੋ ਜੀ। ਤੇ ਪਹਿਲਾਂ ਫੈਸਲਾ ਹੋਇਆ ਸੀ ਕਿ ਇੰਟਰਵਿਊ ਮੈਂ ਇਕੱਲੇ ਕਰਾਂਗਾ। ਮੈਂ ਕਿਹਾ ਨਹੀਂ, ਮਨਮੀਤ ਮੇਰੇ ਨਾਲ ਹੀ ਬੈਠੇਗੀ। ਤੇ ਮੈਂ ਪੁੱਛਣਾ ਚਾਹਾਂਗਾ, ਉਹ ਵੀ ਕ੍ਰਾਈਮ ਸਟੋਰੀ ਸੀ ਕਿ ਉਹ ਹੋਰ ਤਰ੍ਹਾਂ ਦੀ ਕਹਾਣੀ? ਨਹੀਂ, ਉਹਨੂੰ ਲਿਟਰੇਰੀ ਸਟੋਰੀ ਕਹਿ ਸਕਦੇ ਹਾਂ ਕਿਉਂਕਿ ਮੇਰਾ ਜਿਹੜਾ ਸਟਾਰਟ ਸੀਗਾ ਜੀ ਉਹ ਲਿਟਰੇਚਰ ਤੋਂ ਹੀ ਹੋਇਆ ਸੀਗਾ ਜੀ। ਜੇ ਇਜਾਜ਼ਤ ਦਿਓ ਤਾਂ ਮੈਂ ਥੋੜਾ ਜਿਹਾ ਤੁਹਾਨੂੰ ਆਪਣੇ ਬਾਰੇ ਦੱਸਦਾ। ਜ਼ਰੂਰ ਜੀ, ਜ਼ਰੂਰ। ਇਸੇ ਕਰਕੇ ਅਸੀਂ ਬੈਠੇ ਹਾਂ ਜੀ। ਮੇਰੇ ਵੱਡੇ ਭਾਈ ਸਾਹਿਬ ਡਾਕਟਰ ਫਕੀਰ ਚੰਦ ਸ਼ੁਕਲਾ ਬਹੁਤ ਅੱਛੇ ਲੇਖਕ ਨੇ ਜੀ। ਉਹਨਾਂ ਨੂੰ ਦੇਖ ਕੇ ਮੈਨੂੰ ਵੀ ਲਿਖਣ ਦਾ ਸ਼ੌਕ ਪੈਦਾ ਹੋਇਆ ਸੀਗਾ ਜੀ। ਤੇ ਮੈਂ ਇੱਕ ਇਧਰੋਂ ਉਧਰੋਂ ਕਿਤੋਂ ਨਕਲ ਮਾਰ ਕੇ ਕੋਈ ਛੋਟੀ ਮੋਟੀ ਰਚਨਾ ਲਿਖ ਕੇ ਜੀ ਮੈਂ ਉਹਨਾਂ ਨੂੰ ਦਿਖਾਈ ਜੀ। ਉਹਨਾਂ ਨੇ ਮੈਨੂੰ ਡਾਂਟਿਆ ਜੀ। ਉਹ ਕਹਿੰਦੇ ਯਾਰ, ਘਰ 'ਚ ਅਗਰ ਇੱਕ ਪਾਗਲ ਹੋ ਜਾਏ ਤਾਂ ਸਾਰੇ ਪਾਗਲ ਹੋ ਜਾਂਦੇ ਨੇ, ਇਹ ਤੇ ਪਾਗਲਾਂ ਵਾਲਾ ਕੰਮ ਹੈ, ਤੂੰ ਆਪਣੇ ਆਪ ਨੂੰ ਬਰਬਾਦ ਕਰ ਲੇਗਾ ਜੀ। ਇਹ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ ਜੀ ਤੇ ਦੁਬਾਰਾ ਤੂੰ ਇਹ ਕੰਮ ਨਹੀਂ ਕਰਨਾ ਜੀ। ਤੇ ਮੈਨੂੰ ਲੱਗਾ ਕਿ ਭਾਈ ਸਾਹਿਬ ਮੇਰੇ ਨਾਲ ਜੈਲਸੀ ਕਰ ਰਹੇ ਨੇ ਤੇ ਮੈਂ ਪਲਾਨ ਕੀਤਾ ਕਿ ਘਰੋਂ ਭੱਜ ਜਾਣਾ ਸਿਰਫ ਕਹਾਣੀ ਲਿਖਣ ਲਈ ਜੀ ਜੀ। ਅੱਗੋਂ ਕੁਦਰਤ ਦਾ ਕੁਝ ਐਸਾ ਕਰਿਸ਼ਮਾ ਹੋਇਆ ਕਿ ਲੁਧਿਆਣੇ ਰਹਿ ਰਹੇ ਸੀਗੇ ਅਸੀਂ, ਚੰਡੀਗੜ੍ਹ 'ਚ ਮੇਰੀ ਸਰਕਾਰੀ ਨੌਕਰੀ ਲੱਗ ਗਈ ਜੀ। 19 ਸਾਲ ਦੀ ਮੇਰੀ ਏਜ ਸੀਗੀ। ਇੱਥੇ ਆ ਕੇ ਮੈਂ ਇੱਕ ਦਫ਼ਤਰ 'ਚ ਸੈਂਟਰਲ ਗਵਰਨਮੈਂਟ ਦੇ ਏਜੀ ਪੰਜਾਬ ਦਫ਼ਤਰ 'ਚ ਮੈਂ ਕਲਰਕ ਲੱਗ ਗਿਆ ਜੀ। ਤੇ ਮੈਂ ਪਹਿਲੇ ਹਫਤੇ ਜੋ ਦਫ਼ਤਰ 'ਚ ਮਾਹੌਲ ਦੇਖਿਆ ਉਸੇ ਤੇ ਮੈਂ ਕਹਾਣੀ ਲਿਖਤੀ ਰੂਮਮੇਟ ਜੀ। ਉਹ ਕਹਾਣੀ ਤੇ ਲਿਖਣ ਤੋਂ ਬਾਅਦ ਮੈਨੂੰ ਡਰ ਲੱਗੇ ਜੀ ਕਿ ਮੈਂ ਕਿਸ ਨੂੰ ਦਿਖਾਵਾਂਗਾ, ਮੈਨੂੰ ਡਾਂਟ ਪਏਗੀ, ਪਤਾ ਨਹੀਂ ਮੈਂ ਕੀ ਗਲਤ ਕੰਮ ਕਰ ਬੈਠਾ ਹਾਂ। ਜਿਹੜਾ ਪਹਿਲਾਂ ਡਰ ਮਨ 'ਚ ਡਰ ਬੈਠਾ ਹੋਇਆ ਸੀਗਾ ਕਿ ਲੇਕਿਨ ਮੈਂ ਰਹਿ ਨਹੀਂ ਪਾਇਆ ਜੀ। ਜੋ ਇੱਕ ਕੁਦਰਤ ਵੱਲੋਂ ਇੱਕ ਨੈਚੁਰਲ ਇਨਸਟਿੰਕਟ ਸੀਗੇ, ਮੈਂ ਰਹਿ ਨਹੀਂ ਸੀ ਪਾਇਆ। ਕਹਾਣੀ ਤੇ ਮੈਂ ਲਿਖ ਦਿੱਤੀ। ਲਿਖਣ ਤੋਂ ਬਾਅਦ ਮੈਨੂੰ ਇਹ ਡਰ ਬੜਾ ਲੱਗੇ ਕਿ ਮੈਂ ਉਹਨਾਂ ਦਾ ਕਰਾਂ ਕੀ। ਜਿੰਨੀ ਦਫਾ ਉਸ ਕਹਾਣੀ ਨੂੰ ਪੜ੍ਹਾਂ ਉਨੀ ਦਫਾ ਮੈਨੂੰ ਮਜ਼ਾ ਆਏ ਕਿ ਮੈਂ ਇੱਕ ਅਨੋਖਾ ਕੰਮ ਕੀਤਾ ਹੈ। ਲੇਕਿਨ ਡਰ ਲੱਗੇ ਕਿ ਮੈਂ ਜਿਹਨੂੰ ਵੀ ਦਿਖਾਵਾਂਗਾ ਉਹੀ ਮੈਨੂੰ ਕਰੇਗਾ ਕਿ ਤੇਰੀ ਜ਼ਿੰਦਗੀ ਕੀ ਹੈ, ਤੂੰ ਕਿ ਕਲਰਕ ਭਰਤੀ ਹੋਇਆ ਇੱਥੇ ਤੇ ਤੂੰ ਆਪਣੀ ਜ਼ਿੰਦਗੀ ਬਣਾ ਜੀ। ਤੇ ਮੈਂ ਰੇਡੀਓ ਸੁਣ ਰਿਹਾ ਸੀਗਾ ਜੀ। ਉਹਨਾਂ ਦਿਨਾਂ 'ਚ ਟੀਵੀ ਦਾ ਹੈ ਨਹੀਂ ਸੀਗਾ ਜ਼ਮਾਨਾ, ਰੇਡੀਓ ਸੁਣ ਰਿਹਾ ਸੀਗਾ। 1970 ਦੀ ਗੱਲ ਹੈ ਜੀ। ਤੇ ਉਹਦੇ ਵਿੱਚ ਯੁਵ ਵਾਣੀ ਜਾਂ ਯੁਵ ਮੰਚ ਚੁੱਕਾ ਇਸ ਤਰ੍ਹਾਂ ਦਾ ਜਲੰਧਰ ਯੁਵ ਵਾਣੀ ਪ੍ਰੋਗਰਾਮ ਆਉਂਦਾ ਸੀਗਾ। ਉਸ ਵਿੱਚ ਪ੍ਰੋਗਰਾਮ 'ਚ ਉਹਨਾਂ ਨੇ ਕਿਹਾ ਕਿ ਨਵੇਂ ਲੇਖਕ ਸਾਨੂੰ ਆਪਣੀਆਂ ਰਚਨਾਵਾਂ ਭੇਜ ਸਕਦੇ ਨੇ ਜੀ ਜੀ। ਮੈਂ ਫਿਰ ਉਹਨੂੰ ਸੈਕੰਡ ਥਾਟ ਨਹੀਂ ਦਿੱਤੀ। ਦੂਸਰੇ ਦਿਨ ਮੈਂ ਜਾ ਕੇ ਉਹ ਭੇਜ ਦਿੱਤੀ, ਜਲੰਧਰ ਬਾਈ ਪੋਸਟ ਭੇਜਤੀ। ਕੋਈ 15-20 ਦਿਨਾਂ ਬਾਅਦ ਉਹਨਾਂ ਦਾ ਜਵਾਬ ਆਇਆ ਕਿ ਤੁਹਾਡੀ ਕਹਾਣੀ ਸਾਨੂੰ ਪਸੰਦ ਹੈ, ਤੁਸੀਂ ਸਾਡੇ 19 ਸੈਕਟਰ ਰੇਡੀਓ ਸਟੇਸ਼ਨ ਤੇ ਜਾ ਕੇ ਇਸ ਨੂੰ ਆਪਣੀ ਆਵਾਜ਼ 'ਚ ਰਿਕਾਰਡ ਕਰਵਾਓ ਜੀ। ਮੈਂ ਜਾ ਕੇ ਰਿਕਾਰਡ ਕਰਵਾਇਆ। ਜਦੋਂ ਚਿੱਠੀ ਮਿਲੇਗੀ ਕਹਾਣੀ ਤੁਹਾਨੂੰ ਪਸੰਦ ਹੈ, ਫਿਰ ਕੀ ਰਿਐਕਸ਼ਨ ਸੀ? ਮੈਨੂੰ ਇਹ ਸੀਗਾ ਕਿ ਜਿਵੇਂ ਮੇਰੀ ਕੋਈ ਜ਼ਿੰਦਗੀ ਦੀ ਸਭ ਤੋਂ ਬੜੀ ਲੋਟਰੀ ਨਿਕਲ ਆਈ। ਮੈਨੂੰ ਸੱਚਮੁੱਚ ਇਹ ਲੱਗਾ ਕਿ ਭਾਈ ਸਾਹਿਬ ਮੇਰੇ ਨਾਲ ਜੈਲਸੀ ਕਰ ਰਹੇ ਸੀਗੇ। ਉਹ ਮੈਨੂੰ ਗਾਈਡ ਨਹੀਂ ਸੀ ਕਰ ਰਹੇ, ਉਹ ਮੇਰੇ ਤੋਂ ਘਬਰਾ ਰਹੇ ਸੀਗੇ ਜੀ ਜੀ। ਹਾਲਾਂਕਿ ਜਿਹੜੀ ਮੈਂ ਉਹ ਚੀਜ਼ ਲਿਖੀ ਸੀਗੀ ਉਹਨੂੰ ਮੈਂ ਓਰੀਜਨਲ ਨਹੀਂ ਕਹਿ ਸਕਦਾ। ਉਹ ਮੈਂ ਸੱਚਮੁੱਚ ਮੈਨੂੰ ਐਡਮਿਟ ਕਰਨ 'ਚ ਕੋਈ ਇਹਦੇ 'ਚ ਕੋਈ ਗੁਰੇਜ਼ ਨਹੀਂ ਕਿ ਮੈਂ ਨਕਲ ਮਾਰੀ ਸੀ ਕਿਤੋਂ ਜੀ। ਮੈਨੂੰ ਪਤਾ ਹੀ ਨਹੀਂ ਸੀਗਾ। ਜਦੋਂ ਮੇਰੇ ਲਈ ਇੱਕ ਚੈਲੰਜ ਬਣ ਗਿਆ, ਉਹ ਕਹਾਣੀ ਮੇਰੀ ਓਰੀਜਨਲ ਸੀ ਕਿ ਜੋ ਮੈਂ ਉੱਥੇ ਮਹਿਸੂਸ ਕੀਤਾ। ਉਹ ਮੈਂ ਦੇਖਿਆ ਕਿ ਲੜਕਾ ਲੜਕੀ ਆਪਸ 'ਚ ਰੂਮਮੇਟ ਬਣ ਕੇ ਰਹਿੰਦੇ ਨੇ, ਲੜਕੀ ਉਹਨੂੰ ਕਿਵੇਂ ਐਕਸਪਲੋਇਟ ਕਰਦੀ ਆ। ਜੋ ਮੈਂ ਉੱਥੇ ਦੇਖਿਆ, ਜੋ ਮਹਿਸੂਸ ਕੀਤਾ, ਮੈਨੂੰ ਵੀ ਉਸਨੇ ਰੂਮਮੇਟ ਬਣਾਉਣ ਦੀ ਕੋਸ਼ਿਸ਼ ਕੀਤੀ, ਉਹੀ ਮੈਂ ਉਹਦੇ ਵਿੱਚ ਐਜ਼ ਇਟ ਇਜ਼ ਲਿਖ ਦਿੱਤਾ ਜੀ। ਉਹ ਕਹਾਣੀ ਜਲੰਧਰ ਰੇਡੀਓ ਸਟੇਸ਼ਨ ਤੋਂ ਕੋਈ 4-5 ਦਫਾ ਬ੍ਰੌਡਕਾਸਟ ਹੋਈ। ਅੱਛਾ ਜੀ। ਬਹੁਤ ਉਹ ਪਸੰਦ ਆਈ ਮੈਨੂੰ। ਉਹਨਾਂ ਨੇ ਉਹਨਾਂ ਦਿਨਾਂ 'ਚ 20 ਰੁਪਏ ਦਾ ਚੈੱਕ ਦਿੱਤਾ ਜਿਹੜਾ ਮੇਰੇ ਕੋਲ ਹਾਲੇ ਵੀ ਕਿਤੇ ਰਿਕਾਰਡ 'ਚ ਪਿਆ। ਮੈਂ ਇਨਕੈਸ਼ ਨਹੀਂ ਕਰਾਇਆ। ਅੱਛਾ ਜੀ। ਉਹ ਮੇਰੇ ਲਈ ਇੱਕ ਸਭ ਤੋਂ ਬੜਾ ਸਰਟੀਫਿਕੇਟ ਸੀ ਜੀ ਜੀ। ਫਿਰ ਸਾਡੇ ਦਫ਼ਤਰ 'ਚ ਕੋਈ ਬਜ਼ੁਰਗ ਸੀਗੇ, ਉਹਨਾਂ ਨੇ ਮੈਨੂੰ ਕਿਹਾ
ਕਿ ਯਾਰ ਤੂੰ ਤੇ ਬੜਾ ਕਹਾਣੀਕਾਰ ਬੰਦਾ ਹੈ। ਹਾਲਾਂਕਿ ਸਿਰਫ ਇੱਕ ਕਹਾਣੀ ਸੀ ਉਦੋਂ, ਜੀ ਇਹ ਸੀਗਾ ਕਿ ਜਦੋਂ ਰੇਡੀਓ ਤੋਂ ਆਈ ਯਾਰਾਂ ਦੋਸਤਾਂ ਕੋਲੋਂ ਟ੍ਰਾਂਜਿਸਟਰ ਇਕੱਠੇ ਕਰਕੇ ਜ਼ਬਰਦਸਤੀ ਸੁਣਾਈਏ, ਦੇਖੋ ਜੀ ਮੈਂ ਇਹਦੇ ਵਿੱਚ ਮੇਰੀ ਸਟੋਰੀ ਆ ਰਹੀ ਹੈ, ਮੈਂ ਆਪਣੀ ਆਵਾਜ਼ 'ਚ ਬੋਲਾਂਗਾ। ਜੀ ਜੀ ਉਹਨਾਂ ਨੇ ਮੈਨੂੰ ਕੁਝ ਟਿਪਸ ਦਿੱਤੇ, ਕਹਿੰਦੇ ਇਸ ਤੇ ਕਹਾਣੀ ਲਿਖ ਕੇ ਦਿਖਾ ਤੇ ਮੈਂ ਤੈਨੂੰ ਤਾਂ ਮੰਨਾਂ। ਜੀ ਅੱਛਾ ਜੀ ਉਹ ਫਿਰ ਦੂਸਰੀ ਸਟੋਰੀ ਸਮਾਧੀ ਉਹ ਮੈਂ ਲਿਖੀ ਜੀ। ਤੇ ਉਹਨਾਂ ਨੇ ਮੈਨੂੰ 5 ਰੁਪਏ ਇਨਾਮ ਦਿੱਤੇ। ਹਾਂ ਅੱਛਾ ਜੀ। ਉਹ ਮੇਰਾ ਉਸ ਤੋਂ ਵੀ ਬੜਾ ਅਵਾਰਡ ਸੀਗਾ। ਪਰ ਇਹ ਜਿਹੜੀ ਸਟੋਰੀ ਤੁਸੀਂ ਲਿਖੀ ਸੀ, ਇਹ ਕਿਸੇ ਦੀ ਹੈਲਪ ਨਾਲ, ਕਿਸੇ ਦੇ ਨਹੀਂ, ਕਿਸੇ ਦੀ ਹੈਲਪ ਨਾਲ ਨਹੀਂ। ਇਸ ਵਿੱਚ ਇਹ ਸੀਗਾ ਕਿ ਮੈਨੂੰ ਡਰ ਲੱਗਦਾ ਸੀਗਾ। ਜੀ ਇਹ ਜਿਹੜਾ ਜਿੱਥੋਂ ਜਿਵੇਂ ਆਪਾਂ ਰਾਈਟਰਸ ਬਾਰੇ, ਕਲਾਕਾਰਾਂ ਬਾਰੇ ਕਹਿੰਦੇ ਹੁੰਦੇ ਨੇ ਜੀ, ਇਹ ਤੇ ਗੋਡਸ ਗਿਫਟ ਹੁੰਦੀ ਆ, ਜੀ। ਇਹ ਸੱਚਮੁੱਚ ਹੀ ਗੋਡਸ ਗਿਫਟ ਜਿਹੜੀ ਸੀਗੀ, ਇਹਨੂੰ ਪਾਲਿਸ਼ ਕਰਨ ਦੀ ਜ਼ਰੂਰਤ ਸੀਗੀ। ਜੀ ਜੀ ਬਿਲਕੁਲ। ਇੱਕ ਲੋਕਲ ਚੈਨਲ ਤੋਂ, ਰੇਡੀਓ ਸਟੇਸ਼ਨ ਤੋਂ ਬ੍ਰੌਡਕਾਸਟ ਹੋ ਜਾਣਾ ਜਾਂ ਕਿਸੇ ਲੋਕਲ ਪੇਪਰ 'ਚ ਛਪ ਜਾਣਾ, ਇਹ ਕੋਈ ਉਪਲਬਧੀ ਨਹੀਂ ਹੈ। ਜੀ। ਲੇਕਿਨ ਇਹ ਸੀਗਾ ਕਿ ਇੱਕ ਪ੍ਰੀਲਿਮਿਨਰੀ ਸਟੇਜ ਤੇ ਪਲੇਟਫਾਰਮ ਇੱਕ ਜ਼ਰੂਰ ਪਲੇਟਫਾਰਮ ਮਿਲ ਗਿਆ, ਇੱਕ ਐਨਕਰੇਜਮੈਂਟ ਮਿਲੀ। ਬਿਲਕੁਲ ਜੀ। ਦੂਸਰੀ ਕਹਾਣੀ ਵੀ ਮੇਰੀ ਰੇਡੀਓ ਤੋਂ ਹੀ ਬ੍ਰੌਡਕਾਸਟ ਹੋ ਗਈ। ਤੇ ਪਲੇਟਫਾਰਮ ਮਿਲਿਆ ਤੇ ਪਲੇਟਫਾਰਮ ਤੁਸੀਂ ਤੁਹਾਡੀ ਗੱਡੀ ਤੁਰ ਪਈ, ਫਿਰ ਐਸੀ ਸਪੀਡਾਂ ਫੜੀਆਂ ਤੁਹਾਡੀ ਹਾਂ, ਗੱਡੀ ਨੇ। ਮੈਂ ਫਿਰ ਈਵਨਿੰਗ ਕਾਲਜ ਆਪਣੀ ਕੁਆਲੀਫਿਕੇਸ਼ਨ ਇੰਪਰੂਵ ਕਰਨ ਲਈ ਪੜ੍ਹਦਾ ਸੀਗਾ। ਜੀ। ਇੱਥੇ ਡਾਕਟਰ ਲక్ష్ਮੀ ਨਾਰਾਇਣ ਸ਼ਰਮਾ, ਹਿੰਦੀ ਦੇ ਬੜੇ ਵਿਦਵਾਨ ਲੇਖਕ, ਇਹ ਮੇਰੇ ਟੀਚਰ ਸੀਗੇ। ਜੀ ਜੀ ਇੱਥੇ ਇੱਕ ਕੰਪੀਟੀਸ਼ਨ ਹੋਇਆ, ਉਸ ਵਿੱਚ ਮੈਂ ਮਹਾਰਾਜਾ ਕਹਾਣੀ ਲਿਖੀ। ਉਸ ਕੰਪੀਟੀਸ਼ਨ ਵਿੱਚ ਮੈਨੂੰ ਫਸਟ ਪ੍ਰਾਈਜ਼ ਮਿਲਿਆ, ਹੋਰ ਜ਼ਿਆਦਾ ਉਤਸ਼ਾਹ ਵਧ ਗਿਆ ਹੋਰ ਤੁਹਾਡਾ। ਜ਼ਿਆਦਾ ਉਤਸ਼ਾਹ ਮਿਲਿਆ। ਇੱਕ ਤੁਹਾਡਾ ਨੋਵਲ ਸੀ ਪੁਲ ਸੇ ਚਿਪਕੇ ਪੈਰ, ਹਾਂ, ਹਾਂ। ਉਹ ਸਭ ਤੋਂ ਜ਼ਿਆਦਾ ਮਸ਼ਹੂਰ ਨੋਵਲ ਰਿਹਾ ਆਪਣੇ ਟਾਈਮ ਦਾ। ਹਾਂ, ਪੁਲ ਸੇ ਚਿਪਕੇ ਪੈਰ ਦਾ ਇਸ ਤਰ੍ਹਾਂ ਸੀਗਾ ਕਿ ਉਹਦੀ ਲਿਟਰੇਰੀ ਵੈਲਿਊ ਉਹਦੀ ਜ਼ਿਆਦਾ ਜੀ। ਰਹੀ। ਮਸ਼ਹੂਰ ਮੈਂ ਨਾ ਭੂਲੂੰਗੀ ਜ਼ਿਆਦਾ ਹੋਇਆ। ਜੀ ਜੀ ਮੈਂ ਨਾ ਭੂਲੂੰਗੀ ਦਾ ਵੀ ਇਹ ਸੀਗਾ ਕਿ ਮੈਂ ਉਸ ਨਾਵਲ ਦਾ ਨਾਂ ਰੱਖਿਆ ਸੀਗਾ ਰੋਤਾ ਹੈ ਤਾਜ ਮਹਿਲ। ਜੀ ਜੀ ਲੇਕਿਨ ਐਡੀਟਰ ਦਾ ਮੈਨੂੰ ਲੈਟਰ ਆਈ ਕਿ ਯਾਰ ਹਰ ਰਾਈਟਰ ਜਿਹੜਾ ਹੈ ਉਹ ਤਾਜ ਮਹਿਲ ਨੂੰ ਰੁਲਾਉਣ 'ਚ ਹੀ ਲੱਗਾ। ਮੈਂ ਕਹਿੰਦੇ ਵੀ ਅੱਜ ਤੱਕ ਅਸੀਂ ਐਸਾ ਕੋਈ ਲੇਖਕ ਨਹੀਂ ਦੇਖਿਆ ਜਿਹਨੇ ਤਾਜ ਮਹਿਲ ਨੂੰ ਹਸਾਇਆ ਹੋਵੇ। ਜੀ ਜੀ ਉਹ ਰੁਲਾ ਹੀ ਰਹੇ ਨੇ ਕਿ ਯਾਰ ਇਹ ਹੈਡਿੰਗ ਜਿੰਨਾ ਵਧੀਆ ਤੁਹਾਡਾ ਨਾਵਲ ਹੈ ਉਨਾ ਹੀ ਮਾੜਾ ਤੁਹਾਡਾ ਹੈਡਿੰਗ ਆ, ਮੈਂ ਇਹਦਾ ਹੈਡਿੰਗ ਚੇਂਜ ਕਰ ਰਿਹਾ। ਉਹਨਾਂ ਦਿਨਾਂ 'ਚੋਂ ਫਿਲਮ ਆਈ ਸੀ, ਉਹ ਗਾਣਾ ਮਸ਼ਹੂਰ ਹੋਇਆ ਸੀਗਾ, ਮੈਂ ਨਾ ਭੂਲੂੰਗੀ, ਮੈਂ ਨਾ ਭੂਲੂੰਗਾ। ਉਹਨਾਂ ਨੇ ਉਹ ਮੈਂ ਨਾ ਰੋਟੀ ਕਪੜਾ ਔਰ ਮਕਾਨ। ਰੋਟੀ ਕਪੜਾ ਮਕਾਨ ਜੀ ਉਹ ਮੈਂ ਨਾ ਭੂਲੂੰਗੀ ਜਿਹੜਾ ਹੈਡਿੰਗ ਸੀਗਾ ਉਹ ਲੋਕਾਂ ਨੂੰ ਜ਼ਿਆਦਾ ਪਸੰਦ ਆਇਆ, ਜੀ ਕਲਿੱਕ ਕਰ ਗਿਆ ਔਰ ਉਸ ਨਾਵਲ ਤੇ ਵੀ ਪੂਰਾ ਫਿੱਟ ਬੈਠਿਆ। ਕਿਉਂਕਿ ਉਹਦੇ ਵਿੱਚ ਮੇਨ ਕਰੈਕਟਰ ਇੱਕ ਲੇਡੀ ਤੇ ਹੀ ਸਾਰਾ ਬੇਸ ਸੀਗਾ, ਉਹਦੀ ਸਟਰਗਲ ਤੇ ਬੇਸ ਸੀਗਾ। ਹੀਰੋਇਨ ਜਿਹੜੀ ਸੀਗੀ ਸੁਪਰੀਆ, ਜੀ ਉਹ ਮੈਂ ਨਾ ਭੂਲੂੰਗੀ ਉਸ ਤੇ ਜ਼ਿਆਦਾ ਫਿੱਟ ਬੈਠਿਆ। ਜੀ ਜਦੋਂ ਇਹ ਨਾਵਲ ਛਪਦਾ ਸੀਗਾ, ਐਡਰੈਸ ਦੇ ਦਿੰਦੇ ਸੀ ਨਾਲ, ਇਹ ਫੋਟੋ ਵੋਟੋ ਨਾਲ ਪੂਰਾ ਜਿਹੜਾ ਸੀਗਾ। ਉਸ ਵੇਲੇ ਰਾਈਟਰਸ ਨੂੰ ਕੁਝ ਜ਼ਿਆਦਾ ਇੰਪੋਰਟੈਂਸ ਦਿੰਦੇ ਹੁੰਦੇ ਸੀਗੇ, ਹੁਣ ਉਹ ਦੌਰ ਥੋੜਾ ਬਦਲ ਗਿਆ। ਇਹ ਮੇਰਾ ਐਡਰੈਸ ਛਾਪ ਦਿੰਦੇ ਸੀਗੇ ਨਾਲ, ਤੇ ਮੇਰੇ ਕੋਲ 250 300 ਐਵਰੇਜ ਡੇਲੀ ਡਾਕ ਆਣੀ ਰੋਜ਼, ਜਿਸ ਵਿੱਚ ਉਹਨਾਂ ਨੇ ਕਿ ਜੀ ਉਦੋਂ ਕਿਉਰਿਓਸਿਟੀ ਹੁੰਦੀ ਸੀ ਅੱਗੋਂ ਕੀ ਹੋਏਗਾ, ਸਾਨੂੰ ਪਹਿਲਾਂ ਹੀ ਦੱਸ ਦਿਓ। ਬਿਲਕੁਲ ਬਿਲਕੁਲ। ਜਾਂ ਤੁਸੀਂ ਸਾਨੂੰ ਲੇਖਕ ਦੀ ਫੋਟੋ ਮੰਗਵਾਈਏ, ਲੇਖਕ ਦੀ ਲੈਟਰ ਸਾਡੇ ਕੋਲ ਆਏਗੀ। ਜੀ ਮੈਂ ਆਪਣੀ ਰੂਟੀਨ 'ਚ ਲੱਗਾ ਹੋਇਆ ਸੀਗਾ ਤੇ ਮੇਰੇ ਕੋਲ ਲੈਟਰਸ ਇਸ ਤਰ੍ਹਾਂ ਦੀਆਂ ਆਉਣ ਲੱਗ ਗਈਆਂ ਕਿ ਇਹ ਨਾਵਲ ਜਿਹੜਾ ਹੈ ਇਹ ਤੁਸੀਂ ਕਿਸੇ ਸੱਚੀ ਘਟਨਾ ਤੇ ਲਿਖਿਆ। ਮੈਂ ਨਾ ਭੂਲੂੰਗੀ, ਮੈਂ ਨਾ ਭੂਲੂੰਗੀ। ਜ਼ਿਆਦਾਤਰ ਲੋਕਾਂ ਦਾ ਇਹ ਵਿਚਾਰ, ਜ਼ਿਆਦਾਤਰ ਜਿਹੜੀਆਂ ਮੇਰੇ ਕੋਲ ਲੈਟਰਸ ਆਉਂਦੀਆਂ ਸੀਗੀਆਂ, ਫੀਮੇਲ ਡਾਕ ਜ਼ਿਆਦਾ ਆਉਂਦੀ ਸੀਗੀ, ਲੇਡੀਜ਼ ਜ਼ਿਆਦਾ ਉਸ 'ਚ ਇਨਵੋਲਵ ਹੋ ਰਹੀਆਂ ਸੀਗੀਆਂ। ਉਹ ਕਹਿੰਦੀਆਂ ਸੀਗੀਆਂ ਕਿ ਇਹ ਜਿਹੜਾ ਕਰੈਕਟਰ ਹੈ ਇਸ ਵਿੱਚ ਸੁਪਰੀਆ, ਜੀ ਇਹ ਕੋਈ ਸੱਚਾ ਕਰੈਕਟਰ ਹੈ। ਜੀ ਤੁਸੀਂ ਇਹ ਸੱਚੀ ਕਹਾਣੀ ਲਿਖੀ ਆ, ਤੁਸੀਂ ਡਰ ਗਏ ਹੋ, ਡਰ ਕੇ ਤੁਸੀਂ ਇਹ ਕਹਿ ਰਹੇ ਹੋ ਜੀ ਇਹ ਕਲਪਨਾ ਤੇ ਆਧਾਰਿਤ ਹੈ ਮੇਰੀ, ਜੀ ਜੀ ਕਿ ਕੱਲ ਨੂੰ ਜਿਹੜਾ ਹੈ ਕੋਈ ਪ੍ਰੋਬਲਮ ਨਾ ਕੋਈ ਐਸੀ ਆ ਜਾਏ, ਅਦਰਵਾਈਜ਼ ਇਹ ਸੱਚੀ ਕਹਾਣੀ ਹੈ ਤੇ ਅਸੀਂ ਉਸ ਨੂੰ ਹੀਰੋਇਨ ਨੂੰ ਮਿਲਣਾ ਚਾਹੁੰਦੇ ਹੋ। ਸਾਰੇ ਲਗਭਗ ਲੈਟਰ ਇਹੋ ਜਿਹੇ ਮੈਕਸਿਮਮ ਲੈਟਰਸ ਇਹੋ ਜਿਹੇ ਆਉਣ ਲੱਗੇ। ਜੀ ਜੀ ਮੇਰੇ ਦਿਮਾਗ ਦੇ ਵਿੱਚ ਇਹ ਚੀਜ਼ ਬਾਰ-ਬਾਰ ਜ਼ਿਹਨ 'ਚ ਆਏ ਕਿ ਮੈਂ ਤਾਂ ਇੱਕ ਕਾਲਪਨਿਕ ਕਹਾਣੀ ਲਿਖੀ ਹੈ, ਜੀ ਇਹ ਕਿਉਂ ਲੋਕਾਂ ਨੂੰ ਇੰਨਾ ਇਹ ਹੌਂਟ ਕਰ ਰਹੀ ਆ। ਹਾਲਾਂਕਿ ਕੰਪਲੀਮੈਂਟ ਸੀਗੇ, ਜੀ ਜੀ ਐਪਰੀਸ਼ੀਏਟ ਕਰ ਰਹੇ ਨੇ, ਇੰਨੀ ਡਾਕ ਆਣੀ, ਜੀ ਕੰਮ ਆਪਣੇ ਛੱਡ ਕੇ ਲੋਕਾਂ ਨੇ ਲੈਟਰਸ ਲਿਖਣੀਆਂ, ਉਹਨਾਂ ਨੂੰ ਤਾਂ ਕੁਝ ਹਾਸਿਲ ਨਹੀਂ ਹੋਣਾ। ਜੀ ਜੀ ਹਾਲਾਂਕਿ ਉਹ ਲੈਟਰਸ ਪੜ੍ਹਨਾ ਵੀ ਮੇਰੇ ਲਈ ਆਪਣੇ ਆਪ 'ਚ ਇੱਕ ਬਹੁਤ ਬੜੀ ਜ਼ਦੋਜ਼ਹਿਦ ਵਾਲਾ ਕੰਮ ਸੀਗਾ। ਬਿਲਕੁਲ ਜੀ ਮੇਰੇ ਦਿਮਾਗ 'ਚ ਇਹ ਚੀਜ਼ ਬੈਠਣ ਲੱਗ ਗਈ ਕਿ ਵੀ ਇਹ ਜਿਹੜਾ ਸੱਚੀ ਕਹਾਣੀ ਵਾਲਾ ਐਸਪੈਕਟ ਹੈ, ਇਹ ਚਲੋ ਆਪਾਂ ਗੱਲ ਨੂੰ ਹਾਲੇ ਵਿੱਚ ਹੀ ਛੱਡਦੇ ਕਿ ਉਹ ਨਾਵਲ ਜਦੋਂ ਛਪਿਆ ਉਹ ਇੰਨਾ ਜ਼ਿਆਦਾ ਪਪੂਲਰ ਹੋਇਆ ਕਿ ਮੈਨੂੰ ਇੱਕ ਪਬਲਿਸ਼ਰ ਨੇ ਅਪਰੋਚ ਕੀਤਾ ਕਿ ਅਸੀਂ ਤੁਹਾਡਾ ਬੁੱਕ ਸ਼ੇਪ ਛਾਪ ਦਿੰਦੇ ਹਾਂ, ਪਾਕਟ ਸੀਰੀਜ਼ ਛਾਪ ਦਿੰਦੇ ਹਾਂ, ਇਹੀ ਨਾਵਲ, ਇਹੋ ਹੀ ਨਾਵਲ ਜੀ। ਮੇਰਠ ਤੋਂ ਜਿਹੜਾ ਸੀਗਾ, ਉਸਨੇ ਜਦੋਂ ਇਹ ਨਾਵਲ ਛਪਿਆ ਜੀ ਉਹਨੇ ਉੱਪਰ ਇੱਕ ਲਾਈਨ ਲਿਖ ਦਿੱਤੀ, ਜੀ ਮੈਂ ਨਾ ਭੂਲੂੰਗੀ ਦੇ ਉੱਪਰ ਇੱਕ ਲਾਈਨ ਲਿਖ ਦਿੱਤੀ, ਸੱਚੀ ਘਟਨਾ ਪਰ ਸੱਚੀ ਘਟਨਾ ਪਰ ਆਧਾਰਿਤ, ਜੀ ਸੱਚੀ ਪ੍ਰੇਮ ਕਹਾਣੀ ਪਰ ਆਧਾਰਿਤ, ਆਪਣੇ ਵੱਲੋਂ ਜੋੜਤੀ, ਆਪਣੇ ਵੱਲੋਂ ਜੋੜਤੀ। ਜੀ ਕਿਉਂਕਿ ਮੈਂ ਲੈਟਰਸ ਉਹਨੂੰ ਦਿਖਾਈਆਂ ਵੀ ਇਸ ਟਾਈਪ ਦੀਆਂ ਲੈਟਰਸ ਆ ਰਹੀਆਂ, ਉਸਨੇ ਉਸ ਨੂੰ ਥੋੜਾ ਕਮਰਸ਼ੀਅਲਾਈਜ਼ ਕਰ ਦਿੱਤਾ। ਉਸ ਨਾਲ ਕੀ ਹੋਇਆ ਕਿ ਨਾਵਲ ਦੀ ਸੇਲ ਬਹੁਤ ਜ਼ਿਆਦਾ ਵੱਧ ਗਈ। ਜੀ ਜੀ ਲੇਕਿਨ ਮੇਰੇ ਦਿਮਾਗ 'ਚ ਇਹ ਚੀਜ਼ ਬੈਠ ਗਈ ਕਿ ਐਸਾ ਕਿਉਂ ਹੋਇਆ, ਇਹ ਲੋਕਾਂ ਨੂੰ, ਪਾਠਕਾਂ ਨੂੰ ਇਹ ਚੀਜ਼ ਉਹਨਾਂ ਦੇ ਦਿਮਾਗ 'ਚ ਕਿਉਂ ਆਈ ਹੈ ਕਿ ਮੈਂ ਸੱਚੀ ਘਟਨਾ ਤੇ, ਮੈਂ ਬੜਾ ਦਿਮਾਗ ਤੇ ਜ਼ੋਰ ਦਿੱਤਾ। ਫਿਰ ਮੈਨੂੰ ਯਾਦ ਆਇਆ
ਫੇਡਡ ਜਿਹਾ ਕਿ ਮੇਰੇ ਦਾਦੀ ਕਿਸੇ ਲੜਕੀ ਦੀ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਕਿ ਉਹ ਲੜਕੀ ਦੀ ਟੀਨੇਜ 'ਚ ਹੀ ਮੈਰਿਜ ਹੋ ਗਈ ਸੀਗੀ ਜੀ, ਲੇਕਿਨ ਗੌਣਾ ਹੋਣ ਤੋਂ ਪਹਿਲਾਂ ਹੀ ਉਹਦੇ ਹਸਬੈਂਡ ਦੀ ਡੈਥ ਹੋ ਗਈ ਸੀਗੀ, ਲੇਕਿਨ ਉਸਨੇ ਆਪਣੇ ਇਨਲਾਜ਼ ਨੂੰ ਨਹੀਂ ਸੀ ਛੋੜਿਆ ਜੀ ਜੀ, ਉਹ ਉਹਨਾਂ ਦੇ ਨਾਲ ਹੀ ਰਹੀ, ਆਪਣੇ ਆਪ ਨੂੰ ਮੈਰਿਡ ਹੀ ਕਿਹਾ, ਵਿਧਵਾ ਬਣ ਕੇ ਰਹੀ। ਹਾਂ, ਵਿਧਵਾ ਬਣ ਕੇ ਹੀ ਰਹੀ। ਉਸਨੇ ਐਮਬੀਬੀਐਸ ਕੀਤੀ, ਡਾਕਟਰ ਬਣੀ। ਉਹ ਜਿਹੜਾ ਸੀਗਾ ਕਿ ਮੇਰੇ ਜ਼ਿਹਨ 'ਚ, ਹਾਲਾਂਕਿ ਨਾਵਲ ਪੂਰੀ ਤਰ੍ਹਾਂ ਇਸ ਤਰੀਕੇ ਨਾਲ ਨਹੀਂ ਸੀ ਚੱਲਦਾ, ਉਹਦੇ 'ਚ ਮੇਰੀ ਇਮੇਜਿਨੇਸ਼ਨ ਵੀ ਸੀਗੀ ਜੋ ਮੈਨੂੰ ਵਿਜ਼ਨ 'ਚ ਨਜ਼ਰ ਆਇਆ, ਪਰ ਬੇਸ ਉਹਦਾ ਇੱਕ ਜਿਹੜਾ ਸੱਚੀ ਕਹਾਣੀ ਸੀ। ਤੇ ਇੱਥੋਂ ਮੈਨੂੰ ਲੱਗਾ ਕਿ ਆਪਾਂ ਫਿਰ ਕਿਉਂ ਨਾ ਸੱਚੀਆਂ ਕਹਾਣੀਆਂ ਲਿਖਣ ਲੱਗ ਜਾਈਏ। ਸ਼ੁਕਲਾ ਸਾਹਿਬ, ਸੱਚੀਆਂ ਕਹਾਣੀਆਂ 'ਚ ਅਸੀਂ ਸੱਚਾਈ ਤੋਂ ਪਰਦਾ ਉਠਾਉਂਦੇ ਆ, ਤੇ ਦੋਸਤੋ ਅਸੀਂ ਸ਼ੁਕਲਾ ਸਾਹਿਬ ਦੀ ਇੱਕ ਜ਼ਿੰਦਗੀ ਦੀ ਸੱਚਾਈ ਤੋਂ ਪਰਦਾ ਉਠਾਵਾਂਗੇ। ਇਹਨਾਂ ਦੀ ਜ਼ਿੰਦਗੀ ਦਾ ਰਾਜ਼ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਇਹ ਗਾਉਂਦੇ ਵੀ ਨੇ, ਕਿਉਂਕਿ ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਗਾਇਕ ਬਣਾਉਣਾ ਚਾਹੁੰਦੇ ਸੀ, ਪਰ ਇਹਨਾਂ ਤੋਂ ਗੀਤ ਬਾਅਦ 'ਚ ਸੁਣਾਂਗੇ, ਪਹਿਲਾਂ ਇਹਨਾਂ ਨੂੰ ਅਸੀਂ ਆਪਣਾ ਗੀਤ ਸੁਣਾਵਾਂਗੇ। ਜੀ ਸ਼ੁਕਲਾ ਜੀ, ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਇੱਕ ਸਾਡੀ ਛੋਟੀ ਜਿਹੀ ਰਸਮ ਹੈ, ਇਸ ਵੇਲੇ ਅਸੀਂ ਲੈਣੇ ਹੁੰਦੇ ਆ ਇੱਕ ਮਿਊਜ਼ੀਕਲ ਬ੍ਰੇਕ, ਤੇ ਅਸੀਂ ਜਾਣਨਾ ਚਾਹਾਂਗੇ ਕਿ ਕਿਹੜੇ ਗਾਇਕ ਨੂੰ ਤੁਸੀਂ ਸੁਣਨਾ ਪਸੰਦ ਕਰੋਗੇ। ਪੰਜਾਬੀ ਦੇ ਹਰ ਗਾਇਕ ਮੇਰੇ ਦਿਲ ਨੂੰ ਮੋਹ ਲੈਣ ਵਾਲੇ ਨੇ, ਤੁਸੀਂ ਕਿਸੇ ਵੀ ਪੰਜਾਬੀ ਗਾਇਕ ਦਾ ਸੁਣਾ ਦਿਓ, ਮਜ਼ਾ ਆ ਜਾਏਗਾ। ਬਿਲਕੁਲ ਮਜ਼ਾ ਆ ਜਾਏਗਾ ਦੋਸਤੋ। ਪਹਿਲਾਂ ਮਜ਼ਾ ਲੈਣੇ ਇਸ ਗੀਤ ਦਾ, ਤੇ ਉਸ ਤੋਂ ਬਾਅਦ ਮਜ਼ਾ ਲਵਾਂਗੇ ਇਸ ਖੂਬਸੂਰਤ ਕਹਾਣੀ ਦਾ, ਤੇ ਦੇਖਾਂਗੇ ਇਹਦਾ ਕਲਾਈਮੈਕਸ ਕੀ ਹੈ। ਮਿਲਦੇ ਹਾਂ ਇਸ ਗੀਤ। ਗੀਤ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਤੜਕੇ ਤੜਕੇ ਦੇ ਵਿੱਚ। ਅਸੀਂ ਗੱਲਬਾਤ ਕਰ ਰਹੇ ਸੀ ਮਸ਼ਹੂਰ ਇਨਵੈਸਟੀਗੇਟਿਵ ਸਟੋਰੀ ਰਾਈਟਰ ਜਨਾਬ ਮਨੋਹਰ ਸ਼ੁਕਲਾ ਜੀ ਦੇ ਨਾਲ, ਤੇ ਆਓ ਸ਼ੁਕਲਾ ਸਾਹਿਬ ਕੋਲ ਚੱਲਦੇ ਹਾਂ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸ਼ੁਕਲਾ ਸਾਹਿਬ, ਇੱਕ ਵਾਰੀ ਫਿਰ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਤੁਸੀਂ ਗੱਲ ਦੱਸ ਰਹੇ ਸੀਗੇ ਆਪਣੀ ਸੱਚੀ ਕਹਾਣੀ ਜਿਹੜੀ ਤੁਸੀਂ ਸ਼ੁਰੂ ਦੇ ਵਿੱਚ ਲਿਖੀ, ਉਸ ਦੇ ਬਾਰੇ। ਸੱਚੀ ਕਹਾਣੀਆਂ ਦਾ ਇਸ ਤਰ੍ਹਾਂ ਹੈਗਾ ਕਿ ਸੱਚੀ ਕਹਾਣੀ ਦਾ ਆਮ ਤੌਰ ਤੇ ਮਤਲਬ ਅਪਰਾਧ ਕਹਾਣੀ ਹੀ ਗਿਣਿਆ ਜਾਂਦਾ ਹੈ ਜੀ, ਕ੍ਰਾਈਮ ਸਟੋਰੀ। ਹਾਂ, ਕ੍ਰਾਈਮ ਸਟੋਰੀ ਜੀ, ਜਦ ਕਿ ਇਹ ਸੱਚਾਈ ਨਹੀਂ ਹੈ ਜੀ। ਇਹ ਇਨਵੈਸਟੀਗੇਟਿਵ ਰਾਈਟਿੰਗ ਜਿਹੜੀ ਹੈ, ਪੱਤਰਕਾਰਿਤਾ ਔਰ ਲਿਖਣ ਦਾ ਮਿਲਿਆ ਜੁਲਿਆ ਰੂਪ ਹੈ ਜੀ। ਅਸੀਂ ਰਿਸਰਚ ਵਰਕ ਉਸੇ ਤਰ੍ਹਾਂ ਹੀ ਕਰਦੇ ਹਾਂ ਜਿਵੇਂ ਇੱਕ ਪੱਤਰਕਾਰ ਕਰਦਾ ਹੈ। ਜੀ ਬਿਲਕੁਲ। ਇੱਕ ਅਖਬਾਰ ਦਾ ਪੱਤਰਕਾਰ ਉਹ ਜ਼ਰੂਰੀ ਨਹੀਂ ਹੈ ਕਿ ਉਹ ਕ੍ਰਾਈਮ ਦੀ ਹੀ ਕਵਰੇਜ ਕਰਨ ਜਾਏਗਾ ਜੀ, ਹਾਲਾਂਕਿ ਇਹਨਾਂ ਦੀਆਂ ਬੀਟਸ ਬਣ ਦਿੱਤੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਜਿਹੜਾ ਹੈ ਨਾ ਕਿ ਅਸੀਂ ਆਪਣਾ ਰਿਸਰਚ ਵਰਕ ਕਰਨ ਤੋਂ ਬਾਅਦ ਜੀ ਅਸੀਂ ਇੱਕ ਤੇ ਉਹ ਪਾਰਟਿਕੂਲਰ ਫਾਰਮੈਟ ਹੈ, ਉਸ ਫਾਰਮੈਟ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ। ਸਾਡੀ ਲੈਂਗੁਏਜ, ਸਾਡਾ ਵੇ ਆਫ ਐਕਸਪ੍ਰੈਸ਼ਨ, ਅਸੀਂ ਕਿੱਥੋਂ ਉਹਦੀ ਸ਼ੁਰੂਆਤ ਕਰਨੀ ਹੈ ਤਾਂ ਕਿ ਉਹ ਜਿਹੜਾ ਪੜ੍ਹਨ ਵਾਲਾ ਇੱਕੋ ਹੀ ਸਾਜ਼ ਉਹਨੂੰ ਪੜ੍ਹ ਜਾਏ। ਜੀ ਜੀ। ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਇਆ, ਕਿਉਂਕਿ ਜਿੱਥੇ ਇਨਵੈਸਟੀਗੇਸ਼ਨ ਦੀ ਗੱਲ ਆਉਂਦੀ ਹੈ ਉੱਥੇ ਕ੍ਰਾਈਮ ਵੀ ਨਾਲ ਆਉਂਦਾ ਹੈ। ਜੀ ਸ਼ੁਕਲਾ ਸਾਹਿਬ, ਇਹ ਜਾਨਣਾ ਚਾਹਾਂਗੇ ਕਿ ਜਦੋਂ ਅਸੀਂ ਅਖਬਾਰ ਤੇ ਲਿਟਰੇਚਰ ਦਾ ਕੰਪੈਰੀਜ਼ਨ ਕਰਦੇ ਹਾਂ, ਤੇ ਲਿਟਰੇਚਰ ਤਾਂ ਕਹਿੰਦੇ ਉਹ ਯੂਨੀਵਰਸਲ ਹੈ, ਅੱਜ ਤੋਂ 1000 ਸਾਲ ਪਹਿਲਾਂ ਲਿਖੀ ਕਹਾਣੀ ਵੀ ਸਾਨੂੰ ਆਪਣੀ ਅੱਜ ਦੀ ਲੱਗਦੀ ਹੈ, ਤੇ ਅਖਬਾਰ ਬਾਰੇ ਕਿਹਾ ਜਾਂਦਾ ਅਖਬਾਰ 2 ਦਿਨਾਂ ਬਾਅਦ ਸਾਨੂੰ ਬਾਸੀ ਲੱਗਣ ਲੱਗ ਜਾਂਦਾ ਹੈ, ਤੇ ਇਹਦੇ ਵਿੱਚ ਤੁਸੀਂ ਆਪਣੀਆਂ ਕਹਾਣੀਆਂ ਨੂੰ ਕਿੱਥੇ ਦੇਖਦੇ ਹੋ? ਅਖਬਾਰ ਜਿਹੜਾ ਹੈ ਉਸ ਦੀ ਸੱਚਮੁੱਚ ਹੀ ਜਦੋਂ ਉਹ ਰੋਜ਼ਾਨਾ ਅਖਬਾਰ ਹੈ ਜੀ ਜੀ, ਉਹਦੀ ਉਮਰ ਇੱਕ ਦਿਨ ਦੀ ਹੀ ਗਿਣੀ ਜਾਂਦੀ ਹੈ। ਵੀਕਲੀ ਪੇਪਰ ਹੈ, ਉਹਦੀ ਇੱਕ ਹਫਤੇ ਦੀ ਹੈ ਜੀ। ਫੋਰਟਨਾਈਟਲੀ ਜਾਂ ਮੰਥਲੀ ਮੈਗਜ਼ੀਨ। ਕਿਤਾਬ ਜਦੋਂ ਛਪਦੀ ਆ ਜੀ, ਕਿਉਂਕਿ ਉਸ ਦਾ ਇੱਕ ਐਡੀਸ਼ਨ ਖਤਮ ਹੋ ਗਿਆ ਜੀ, ਉਹਦਾ ਦੂਸਰਾ ਐਡੀਸ਼ਨ ਛਪ ਜਾਏਗਾ, ਉਹ ਵਿਕ ਗਿਆ, ਤੀਸਰਾ ਛਪ ਜਾਏਗਾ, ਉਹ ਐਵਰਗ੍ਰੀਨ ਤੇ ਕਹਿਲਾਈ ਹੀ ਜਾਏਗੀ। ਲੇਕਿਨ ਮੇਰਾ ਇਹ ਸੋਚਣਾ ਹੈ ਕਿ ਅਗਰ ਇੱਕ ਲੇਖਕ ਨੇ ਲੱਖਾਂ ਰੁਪਏ ਲੈ ਕੇ ਇੱਕ ਬਹੁਤ ਬੜੀ ਫਿਲਮ ਦੀ ਸਟੋਰੀ ਲਿਖੀ ਹੈ ਲੇਕਿਨ ਉਹ ਫਲॉप ਹੋ ਗਈ ਜੀ, ਲੇਕਿਨ ਉਸਨੇ ਇੱਕ ਅਖਬਾਰ ਲਈ ਛੋਟੀ ਜਿਹੀ ਕਹਾਣੀ ਲਿਖੀ ਹੈ, ਉੱਥੇ ਚਾਹੇ ਪੈਸੇ ਦੀ ਕੰਸੀਡਰੇਸ਼ਨ ਨਹੀਂ ਹੈ ਲੇਕਿਨ ਉਹ ਇੰਨੀ ਜ਼ਿਆਦਾ ਪਸੰਦ ਕੀਤੀ ਗਈ, ਲੋਕਾਂ ਦੇ ਜ਼ਿਹਨ ਤੇ ਛਾ ਗਈ ਤੇ ਉਸ ਦੀ ਵੈਲਿਊ ਜ਼ਿਆਦਾ ਹੈ। ਜੀ ਬਿਲਕੁਲ। ਇਸ ਵਿੱਚ ਹੈ ਕਿ ਲਿਖਣ ਜਿਹੜਾ ਲੇਖਣ ਹੈ ਉਸ ਦੀ ਵੈਲਿਊ ਜ਼ਿਆਦਾ ਹੈ। ਜੀ, ਹਰ ਲੇਖਕ ਹਰ ਟਾਈਮ, ਇਹ ਵੀ ਕ੍ਰਿਕਟ ਮੈਚ ਹੈ, ਹਰ ਬਾਲ ਤੇ ਸਿਕਸਰ ਜਾਂ ਨਹੀਂ ਵੱਜ ਸਕਦਾ। ਜੀ ਜੀ। ਲੇਕਿਨ ਜਦੋਂ ਸਿਕਸਰ ਵੱਜਦਾ ਹੈ ਤੇ ਉਹਦੀਆਂ ਕਮੀਆਂ ਵੀ ਪਿੱਛੇ ਛੁੱਟ ਜਾਂਦੀਆਂ ਨੇ। ਬਿਲਕੁਲ ਬਿਲਕੁਲ। ਅੱਛਾ ਬੁਰਾ ਲੇਖਕ ਆਪਣੇ ਵੱਲੋਂ ਅੱਛਾ ਹੀ ਲਿਖਦਾ ਹੈ ਡੈਫੀਨਿਟਲੀ। ਜਿੱਥੇ ਤੱਕ ਮੇਰੀ ਕਹਾਣੀਆਂ ਦਾ ਸਵਾਲ ਹੈ, ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਜਿਹੜੀ ਰਾਈਟਿੰਗ ਹੈ ਦੈਟ ਇਜ਼ ਮੈਂਟ ਫॉर द ਮਾਸਿਸ। ਮੈਂ ਆਮ ਲੋਕਾਂ ਲਈ ਲਿਖਦਾ ਹਾਂ। ਜੀ ਜੀ। ਮੈਂ ਅਗਰ ਇਹ ਕਹਿੰਦਾ ਹੈ ਜੀ, ਹਾਲਾਂਕਿ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲੀ ਗੱਲ ਹੈ ਕਿ ਮੈਂ ਹਿੰਦੀ ਸਾਹਿਤ ਦੀ ਐਮਏ ਕੀਤੀ ਆ ਜੀ, ਉਸ ਬੇਸ ਤੇ ਮੈਂ ਹਿੰਦੀ ਬੜੀ ਵਧੀਆ ਲਿਖ ਸਕਦਾ ਹਾਂ, ਲੇਕਿਨ ਉਹ ਖੂਬੀ ਨਹੀਂ ਹੈ। ਜੀ ਬਿਲਕੁਲ। ਉਹ ਤੇ ਜਿਹੜਾ ਵੀ ਹਿੰਦੀ ਲਿਟਰੇਚਰ ਦਾ ਸਟੂਡੈਂਟ ਹੈ ਉਹ ਵਧੀਆ ਹਿੰਦੀ ਲਿਖ ਲੇਗਾ, ਲਿਖ ਸਕਦਾ। ਜ਼ਿਆਦਾ ਇੰਪੋਰਟੈਂਟ ਹੈ ਕਿ ਆਮ ਲੋਕਾਂ ਦੀ ਭਾਸ਼ਾ। ਜੀ ਜੀ ਜੀ। ਮੈਂ ਕੋਸ਼ਿਸ਼ ਕਰਦਾ ਕਿ ਆਮ ਲੋਕਾਂ ਦੀ ਭਾਸ਼ਾ ਲਿਖੀ ਜਾਏ ਜੀ, ਔਰ ਇਹੀ ਰੀਜ਼ਨ ਹੈ ਕਿ ਮੈਨੂੰ ਸਭ ਤੋਂ ਬੜੀ ਐਪਰੀਸੀਏਸ਼ਨ ਇਸੇ ਚੀਜ਼ ਦੀ ਮਿਲਦੀ ਹੈ ਕਿ ਮੇਰੇ ਜਿਹੜੇ ਪਾਠਕ ਜਾਂ ਮੇਰੇ ਐਡੀਟਰ ਉਹ ਮੇਰੀ ਪਹਿਲੀ ਰਚਨਾ ਛਪਦੀ ਮੇਰੇ ਕੋਲੋਂ ਦੂਸਰੀ ਦੀ ਡਿਮਾਂਡ ਕਰਦੇ ਨੇ। ਜੀ ਜੀ। ਉਸ ਪਿੱਛੇ ਮੈਂ ਇਹੀ ਮਹਿਸੂਸ ਕਰਦਾ ਕਿ ਜਦੋਂ ਅਸੀਂ ਆਮ ਲੋਕਾਂ ਦੀ ਭਾਸ਼ਾ ਲਿਖਾਂਗੇ, ਆਮ ਲੋਕਾਂ ਨਾਲ ਜੁੜੀਆਂ ਹੋਈਆਂ ਰਚਨਾਵਾਂ ਦਵਾਂਗੇ, ਉਹਦੀ
ਜ਼ਿੰਦਗੀ ਜ਼ਿਆਦਾ ਹੋਏ। ਸ਼ੁਕਲਾ ਸਾਹਿਬ, ਅੱਜ ਕੱਲ ਜਿਹੜੀ ਕ੍ਰਾਈਮ ਸਟੋਰੀ ਵੀ ਹੈ ਉਹ ਸਿਰਫ ਪੜਨ ਵਾਲੀ ਨਹੀਂ, ਦੇਖਣ ਵਾਲੀ ਚੀਜ਼ ਬਣ ਗਈ ਹੈ। ਅਲੱਗ-ਅਲੱਗ ਚੈਨਲਸ ਇਹਨੂੰ ਬੜੇ ਅਲੱਗ-ਅਲੱਗ ਤਰੀਕੇ ਨਾਲ, ਕਈ ਤਾਂ ਬੜੇ ਮਸਾਲੇ ਲਾ ਕੇ ਪੇਸ਼ ਕਰਦੇ ਨੇ ਜੀ। ਅੱਜ ਦੇ ਯੁੱਗ 'ਚ ਤੁਸੀਂ ਆਪਣੇ ਆਪ ਨੂੰ ਕਿੱਥੇ ਸਮਝਦੇ ਹੋ? ਲਿਖਣਾ ਮੇਰਾ ਪੈਸ਼ਨ ਹੈ ਜੀ। ਲਿਖੇ ਬਿਨਾ ਮੈਂ ਨਹੀਂ ਰਹਿ ਸਕਦਾ ਜੀ। ਮੈਂ ਰੋਜ਼ਾਨਾ, ਜਿਵੇਂ ਸਾਡੇ ਲਈ ਖਾਣਾ ਜ਼ਰੂਰੀ ਹੈ ਜੀ, ਇਸ ਲਈ ਮੈਂ ਲਿਖਣਾ ਜ਼ਰੂਰੀ ਸਮਝਦਾ। ਮੈਂ ਅੱਜ ਦੇ ਆਧੁਨਿਕ ਦੌਰ 'ਚ ਵੀ ਕਾਗਜ਼ ਚੁੱਕ ਕੇ ਪੈਨ ਨਾਲ ਹੀ ਲਿਖਦਾ ਜੀ। ਉਸ ਤੋਂ ਬਾਅਦ ਉਹਨੂੰ ਟਾਈਪ ਕਰਵਾਉਣ ਦੀ ਨੌਬਤ ਪੈਂਦੀ ਹੈ ਜਾਂ ਕੁਝ ਹੈ, ਔਰ ਬੇਸਿਕ ਵੀ ਉਹੀ ਹੈ। ਜੀ ਜੀ। ਅਗਰ ਰਾਈਟਿੰਗ ਦੇ ਅਗਰ ਅਸੀਂ ਮੁੱਦੇ ਦੇਖੀਏ ਜੀ, ਤੇ ਬਾਕੀ ਦੌਰ ਬਦਲ ਰਹੇ ਨੇ, ਜੀ। ਸਾਡੇ ਲਈ ਬਦਲਣਾ ਜ਼ਰੂਰੀ ਹੈ। ਫਿਲਮ ਡਿਵੀਜ਼ਨ ਵਾਲੇ ਮੇਰੀਆਂ ਸਟੋਰੀਜ਼ ਤੇ ਫਿਲਮਾਂ ਬਣਾਉਂਦੇ ਸੀਗੇ ਜੀ। ਪੂਰੇ ਹਿੰਦੁਸਤਾਨ 'ਚ। ਉਹ ਉਦੋਂ ਸਿਨੇਮਾ ਹਾਲ 'ਚ ਦਿਖਾਈਆਂ ਜਾਂਦੀਆਂ ਸੀਗੀਆਂ ਜੀ। ਮੈਨੂੰ ਇੰਟਰਵਿਊ ਕਰਦੇ ਵੀ ਦਿਖਾਏ ਜਾਂਦੇ ਸੀਗੇ। ਹੁਣ ਜਿਹੜਾ ਹੈ ਸੀਰੀਅਲਸ ਦਾ ਦੌਰ ਆ ਗਿਆ ਹੈ, ਫਿਲਮਾਂ ਦਾ ਦੌਰ ਆ ਗਿਆ ਹੈ ਜੀ। ਆਪਣੇ ਚੈਨਲ ਪੰਜਾਬ ਵਾਲਿਆਂ ਨੇ ਇੱਕ ਬੜਾ ਅੱਛਾ NRI ਕੌੜਾ ਸੱਚ ਜਿਹੜਾ ਕੌੜਾ ਸੱਚ ਸੀਰੀਅਲ ਸਟਾਰਟ ਕੀਤਾ ਹੈ ਜੀ ਜੀ। ਤੇ ਉਹ ਤੁਸੀਂ ਲਿਖ ਈਸ਼ਵਰ ਰਹੇ ਨਾਲ ਹੋ? ਮੈਂ ਲਿਖ ਰਿਹਾ ਹੈਗਾ ਜੀ ਜੀ। ਤੇ ਮੈਨੂੰ ਪਤਾ ਚੱਲ ਰਿਹਾ ਹੈ ਕਿ ਉਹ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਜੀ। ਕਿਉਂਕਿ ਉਹ NRIs ਦੀਆਂ ਆਪਣੀਆਂ ਕਹਾਣੀਆਂ ਨੇ। ਜੀ ਜੀ ਚਾਹੇ NRIs ਉਹਦੇ 'ਚ ਵਿਕਟਮ ਬਣੇ ਨੇ, ਚਾਹੇ ਉਹਨਾਂ ਦੇ ਅਗੇਂਸਟ ਨੇ। ਜੀ। ਸੱਚਾਈ ਜਿਹੜੀ ਹੈ ਉਹ ਕਿਸੇ ਨਾ ਕਿਸੇ ਦੇ ਅਗੇਂਸਟ ਹੁੰਦੀ ਆ, ਕਿਸੇ ਦੀ ਫੇਵਰ 'ਚ ਹੁੰਦੀ ਆ, ਬਿਲਕੁਲ। ਲੇਕਿਨ ਸੱਚਾਈ ਤੇ ਸੱਚਾਈ ਹੈ। ਜੀ ਜੀ। ਸੋ ਇਸ ਦੌਰ ਨਾਲ, ਬਦਲਦੇ ਦੌਰ ਨਾਲ ਮੈਂ ਵੀ ਆਪਣੇ ਆਪ ਨੂੰ ਬਦਲ ਰਿਹਾ। ਮੈਂ ਨਹੀਂ ਵੀ ਬਦਲਾਂਗਾ, ਆਪਣੇ ਆਪ ਦੌਰ ਨੇ ਬਦਲ ਦੇਣਾ ਹੈ। ਜੀ ਜੀ। ਜੀ। ਸੋ ਉਹ ਬਦਲ ਹੀ ਰਿਹਾ ਹੈ। ਬਦਲਾਅ ਜ਼ਰੂਰੀ ਹੈ ਤੇ ਆਉਣਾ ਬਦਲਾਅ ਵੀ ਚਾਹੀਦਾ। ਜ਼ਰੂਰੀ ਹੈ ਤੇ ਉਹ ਚੇਂਜ ਆਟੋਮੈਟਿਕਲੀ ਆ ਰਹੀ ਹੈ। ਜੀ। ਤੇ ਹੋ ਸਕਦਾ ਕਿ ਆਉਣ ਵਾਲੇ ਕੁਝ ਸਮੇਂ 'ਚ ਤੁਸੀਂ ਮੇਰੀਆਂ ਬੜੇ ਪਰਦੇ ਤੇ ਵੀ ਫਿਲਮਾਂ ਦੇਖੋ। ਮੇਰੇ ਅਗਲੇ ਸਵਾਲ ਦਾ ਤੁਸੀਂ ਜਵਾਬ ਦੇ ਹੀ ਦਿੱਤਾ। ਮੈਂ ਤੁਹਾਡੇ ਫਿਊਚਰ ਪਲਾਨਸ ਬਾਰੇ ਪੁੱਛਣਾ ਚਾਹੁੰਦਾ ਸੀ। ਮੇਰੀ ਪਲੈਨਿੰਗ ਤੇ ਸਿਰਫ ਲਿਖਣਾ ਹੈ। ਜੀ ਜੀ। ਉਸ ਨੂੰ ਕਿਹੜਾ ਆ ਕੇ ਕਸਟਮਰ ਕਿਸ ਤਰੀਕੇ ਨਾਲ ਲੈ ਜਾਂਦਾ ਹੈ, ਜੀ ਜੀ। ਇਹ ਇਸ ਚੀਜ਼ ਬਾਰੇ ਮੈਂ ਜ਼ਿਆਦਾ ਨਹੀਂ ਬੋਦਰ ਕਰ ਰਿਹਾ। ਮੈਂ ਤੇ ਲਿਖਦੇ ਜਾਣਾ ਹੈ। ਜੀ ਜੀ। ਤੇ ਤੁਹਾਨੂੰ ਮਾਨ ਸਨਮਾਨ ਵੀ ਬਹੁਤ ਸਾਰੇ ਮਿਲੇ ਨੇ। ਪੰਜਾਬ ਵਿਸ਼ਵ ਵਿਦਿਆਲਿਆ ਵੱਲੋਂ ਤੁਹਾਨੂੰ ਸਰਵਸ਼੍ਰੇਸ਼ਠ ਹਿੰਦੀ ਲੇਖਕ ਦਾ ਸਨਮਾਨ ਵੀ ਮਿਲਿਆ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਵੱਲੋਂ ਖਾਸ ਤੌਰ ਤੇ 5 ਸਾਲ ਦਾ ਜਿਹੜਾ ਇੱਕ ਅਪਰਾਧੀ ਨੱਠਿਆ ਹੋਇਆ ਸੀ, ਉਹਨੂੰ ਤੁਸੀਂ ਲੱਭ ਕੇ ਔਰ ਬਹੁਤ ਵੱਡੀ ਜਿਹੜੀ ਹੈ ਮਦਦ ਕੀਤੀ ਚੰਡੀਗੜ੍ਹ ਪੁਲਿਸ ਦੀ, ਉਹਦੇ ਲਈ ਵੀ ਤੁਹਾਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ। ਉਹ ਸਾਰੇ ਮਾਨ ਸਨਮਾਨ ਤੁਹਾਡੇ ਮੂੰਹੋਂ ਜਾਨਣਾ ਚਾਹਾਂਗੇ। ਹਾਂ ਮਨਮੀਤ ਜੀ, ਇਸ ਤਰ੍ਹਾਂ ਹੈਗਾ ਕਿ ਇੱਕ ਜ਼ਮਾਨਾ ਸੀ ਜਦੋਂ ਇਹ ਮਾਨ ਸਨਮਾਨ ਮਿਲਦੇ ਸੀ ਨਾ, ਤੇ ਇਹ ਲੱਗਦਾ ਹੁੰਦਾ ਸੀਗਾ ਕਿ ਸ਼ਾਇਦ ਅਸੀਂ ਦੁਨੀਆ ਨੂੰ ਪਿੱਛੇ ਛੱਡ ਗਏ। ਜੀ ਜੀ। ਲੇਕਿਨ ਮੈਂ ਹੁਣੇ ਮਹਿਸੂਸ ਕਰਦਾ ਹਾਂ ਕਿ ਇਹ ਮਾਨ ਸਨਮਾਨ ਜਿਹੜੇ ਨੇ ਨਾ, ਇਹਨਾਂ ਨੂੰ ਲੇਖਕ ਨੂੰ ਇਹਨਾਂ ਦੇ ਪਿੱਛੇ ਨਹੀਂ ਜਾਣਾ ਚਾਹੀਦਾ। ਰੂਟੀਨ 'ਚ ਮਿਲ ਰਹੇ ਨੇ, ਠੀਕ ਹੈ, ਮਿਲ ਗਏ, ਡਰਾਇੰਗ ਰੂਮ ਦੀ ਸ਼ੋਭਾ ਬਣ ਗਏ ਜਾਂ ਜਿੱਥੇ ਵੀ ਰੱਖੇ ਗਏ। ਸਭ ਤੋਂ ਬੜਾ ਮਾਨ ਸਨਮਾਨ ਜਿਹੜਾ ਲੇਖਕ ਦਾ ਹੈ ਉਹਦੇ ਪਾਠਕ ਨੇ। ਜੀ ਜੀ। ਬਲਕਿ ਉਸ ਤੋਂ ਵੀ ਬੜਾ ਉਹਦਾ ਪਬਲਿਸ਼ਰ ਹੈ, ਜੀ। ਜਿਹੜਾ ਕਿ ਉਹਦੇ ਤੇ ਫੇਥ ਕਰਦਾ। ਉਸ ਤੇ ਫੇਥ ਕਰਦਾ ਕਿ ਉਹਦੀ ਪਹਿਲੀ ਰਚਨਾ ਹਾਲੇ ਪ੍ਰੈਸ 'ਚ ਗਈ ਨਹੀਂ ਹੈ, ਨਾਲ ਹੀ ਫੋਨ ਕਰਕੇ ਕਹਿੰਦਾ ਕਿ ਅਗਲੀ ਰਚਨਾ ਭੇਜੋ। ਬਿਲਕੁਲ ਜੀ। ਮੈਂ ਇਹ ਮਹਿਸੂਸ ਕਰਦਾ ਕਿ ਇੱਕ ਲੇਖਕ ਨੂੰ, ਖਾਸ ਕਰ ਪ੍ਰੋਫੈਸ਼ਨਲ ਲੇਖਕ ਨੂੰ, ਇਹਨਾਂ ਚੀਜ਼ਾਂ ਪਿੱਛੇ ਨਹੀਂ ਜਾਣਾ ਚਾਹੀਦਾ, ਬਲਕਿ ਉਸ ਨੂੰ ਆਪਣਾ ਉਹ ਟਾਈਮ ਜਿਹੜਾ ਹੈ ਉਹ ਰੈਗੂਲਰ ਰਾਈਟਿੰਗ ਤੇ ਲਗਾਉਣਾ ਚਾਹੀਦਾ ਹੈ। ਜੀ। ਸੋ ਇਹੀ ਸਭ ਤੋਂ ਬੜਾ ਮਾਨ ਸਨਮਾਨ ਮੈਂ ਆਪਣੇ ਲਈ ਸਮਝਦਾ ਹਾਂ ਕਿ ਮੈਂ 37-38 ਸਾਲ ਪਹਿਲਾਂ ਮੈਂ ਕਲਮ ਚੁੱਕੀ ਸੀ। ਅੱਜ ਵੀ ਉਹਦੀ ਜਿਹੜੀ ਧਾਰ ਹੈਗੀ ਆ ਉਹ ਬਰਕਰਾਰ ਹੈ। ਤੇ ਇਸ ਤੋਂ ਬੜਾ ਮਾਨ ਸਨਮਾਨ ਮੇਰੇ ਲਈ ਕੀ ਹੋਏਗਾ ਕਿ ਜਿਹੜੀਆਂ ਅਖਬਾਰਾਂ, ਜਿਹੜੇ ਮੈਗਜ਼ੀਨ ਉਹਨਾਂ ਦਿਨਾਂ 'ਚ ਮੈਨੂੰ ਅਗਰ ਪ੍ਰਮੁਖਤਾ ਨਾਲ ਛਾਪਦੇ ਸੀ, ਅੱਜ ਵੀ ਉਸੇ ਤਰ੍ਹਾਂ ਛਾਪਦੇ ਨੇ। ਅੱਜ ਵੀ ਮੈਂ ਉਹਨਾਂ ਦਾ ਰੈਗੂਲਰ ਰਾਈਟਰ ਹੈਗਾ। ਜੀ। ਤੇ ਫਿਰ ਦੁਬਾਰਾ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਇਹਨਾਂ ਸੱਚੀਆਂ ਕਹਾਣੀਆਂ ਤੋਂ ਜਾਂ ਕ੍ਰਾਈਮ ਸਟੋਰੀਜ਼ ਤੋਂ ਹਟ ਕੇ ਪਿਓਰ ਲਿਟਰੇਰੀ ਕਹਾਣੀਆਂ ਲਿਖਾਂ? ਇੱਕ ਤੇ ਹੁਣ ਟਾਈਮ ਹੀ ਨਹੀਂ ਮਿਲਦਾ। ਟਾਈਮ ਨਹੀਂ ਹੈ ਜੀ। ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਪਬਲਿਕ ਲਈ ਜਿਹੜਾ ਹੈ ਉਹਨਾਂ ਲਈ ਡੈਡੀਕੇਟ ਕਰ ਦਿੱਤਾ, ਮਾਸਿਸ ਵਾਸਤੇ ਕਰ ਦਿੱਤਾ, ਇਹ ਮਨ 'ਚ ਆਉਂਦਾ ਤੇ ਬਹੁਤ ਹੈ ਕਿ ਮੈਂ ਆਪਣੀਆਂ ਪੁਰਾਣੀਆਂ ਕਹਾਣੀਆਂ ਰੀਰਾਈਟ ਕਰਕੇ, ਮੈਂ ਕਈ ਦਫਾ ਚੁੱਕੀਆਂ ਵੀ ਨੇ, ਕਿ ਇਹਨਾਂ ਨੂੰ ਰੀਰਾਈਟ ਕਰਕੇ ਦੁਬਾਰਾ ਜਿਹੜਾ ਹੈ ਉਸੇ ਤਰ੍ਹਾਂ ਦੀਆਂ ਕਿਤਾਬਾਂ ਛਪਾਈਆਂ ਜਾਣ। ਕੋਸ਼ਿਸ਼ ਮੇਰੀ ਹੈ ਕਿ ਥੋੜਾ ਟਾਈਮ ਨਿਕਾਲ ਕੇ ਨਾ ਇੱਕ 2 ਸਟੋਰੀਜ਼ ਲੈ ਕੇ ਇਹਨਾਂ ਨੂੰ ਰੀਰਾਈਟ ਕੀਤਾ ਜਾਏ। ਅਗਰ ਅੱਜ ਤੋਂ 1970 ਚ ਜਿਹੜੀ ਕਹਾਣੀ ਲਿਖੀ ਸੀ 37 ਸਾਲ ਪਹਿਲਾਂ, ਅਗਰ ਅੱਜ ਮੈਂ ਉਹਨੂੰ ਰੀਰਾਈਟ ਕਰਾਂਗਾ ਤੇ ਉਹਦੇ ਚ ਕੁਝ ਇੰਪਰੂਵਮੈਂਟ ਤੇ ਆਏਗੀ। ਤੇ ਮੇਰੇ ਅੰਦਰ ਇਹ ਇੱਕ ਲਲਕ ਹੈ। ਤੁਸੀਂ ਵਿਸ਼ ਕਰੋ ਕਿ ਮੈਂ ਉਹ ਆਪਣੇ ਉਸ ਸ਼ੌਕ ਨੂੰ ਪੂਰਾ ਕਰਾਂ। ਢੇਰ ਸਾਰੀਆਂ ਵਿਸ਼ੇਸ ਦੇਾਂਗੇ ਜੀ ਤੁਹਾਨੂੰ। ਸਿਰਫ ਮੈਂ ਹੁਣ ਤੁਹਾਡੇ ਕਹਿਣ ਤੋਂ ਬਾਅਦ ਫਿਰ ਉਹ ਬਸੀ ਕੜੀ ਚ ਉਬਾਲ ਆਉਣ ਵਾਲੀ ਗੱਲ ਹੋ ਚਲੋ ਗਈ ਆ। ਇੱਥੋਂ ਹੀ ਸਹੀ ਇੱਕ ਤੀਜਾ ਮੋੜ ਸਹੀ ਤਾਂ ਤੁਸੀਂ ਦੁਬਾਰਾ ਤੋਂ ਕਿ ਮੇਰਾ ਇਹ ਮਨ ਚਾਹੁੰਦਾ ਹੈ ਕਿ ਸਾਲ 2 ਸਾਲ ਚ ਇੱਕ ਕਿਤਾਬ ਹੀ ਆ ਜਾਏ। ਜਿਵੇਂ ਤੁਸੀਂ ਵਿੱਚ ਨੂੰ ਇੱਕ ਕੁਐਸਚਨ ਕੀਤਾ ਸੀਗਾ ਕਿ ਜਿਹੜੀ ਐਵਰਗ੍ਰੀਨ ਰਾਈਟਿੰਗ ਹੈ ਉਹ ਬੁੱਕਸ ਹੀ ਨੇ। ਜੀ ਜੀ।
ਕਹਾਣੀਆਂ ਉਹੀ ਨੇ, ਰਾਈਟਿੰਗ ਉਹੀ ਨੇ। ਜਦੋਂ ਬੁੱਕ ਸ਼ੇਪ 'ਚ ਆ ਜਾਂਦੀ ਆ ਉਹ ਐਵਰਗ੍ਰੀਨ ਚੀਜ਼ ਬਣ ਜਾਂਦੀ ਆ। ਅਖਬਾਰ ਮੈਗਜ਼ੀਨ ਚਲੀ ਜਾਂਦੀ ਆ ਤੇ ਉਸ ਜਰਨਲ ਦੀ ਏਜ ਦੇ ਹਿਸਾਬ ਨਾਲ ਹੀ ਉਹਦੀ ਏਜ ਬਣ ਜਾਂਦੀ ਆ। ਤੇ ਮੈਂ ਵਾਅਦਾ ਕਰਦਾ ਜੀ ਮਨੋਹਰ ਜੀ ਅਸੀਂ ਸਾਲ 'ਚ ਮੈਂ ਇੱਕ ਨਵੀਂ ਕਿਤਾਬ ਆਪਣੀ ਨਾ ਜੀ ਉਹ ਪੁਰਾਣੀਆਂ ਸਟੋਰੀਜ਼ ਕੁਝ ਨਵੀਆਂ ਸਟੋਰੀਜ਼ ਐਡ ਕਰਕੇ ਜੀ ਇਹ ਮੈਂ ਕਹਾਣੀਆਂ ਦੀ ਲਿਟਰੇਰੀ ਜਿਹੜੀ ਹੈ ਨਾ ਜੀ ਮੈਂ ਖੁਦ ਮਹਿਸੂਸ ਕਰਦਾ ਕਿ ਵੀ ਇਹ ਮੈਂ ਆਪਣੇ ਨਾਲ ਵੀ ਜ਼ਿਆਦਤੀ ਕਰੇ, ਉਹਨਾਂ ਨੂੰ ਨਾ ਛੋੜਿਆ ਜਾਏ। ਅਸੀਂ ਇਹ ਦੁਆ ਕਰਾਂਗੇ ਕਿ ਛੇਤੀ ਤੋਂ ਛੇਤੀ ਇਹ ਬੁੱਕ ਸਾਡੇ ਸਾਹਮਣੇ ਆਵੇ। ਤੇ ਜਾਂਦੇ ਜਾਂਦੇ ਤੁਹਾਡੀ ਸ਼ਖਸੀਅਤ ਦੀ ਇੱਕ ਹੋਰ ਛੁਪੀ ਹੋਈ ਗੱਲ ਕਿ ਤੁਸੀਂ ਬਹੁਤ ਖੂਬਸੂਰਤ ਗਾ ਵੀ ਲੈਂਦੇ ਹੋ। ਅਸੀਂ ਇੱਕ ਗੀਤ ਸੁਣਨਾ ਚਾਹਾਂਗੇ ਤੁਹਾਡੇ ਕੋਲੋਂ। ਉਹ ਮਨਵੀਰ ਜੀ ਇਸ ਤਰ੍ਹਾਂ ਹੈਗਾ ਹੈ ਕਿ ਮੈਂ ਖੈਰ ਆਪਣੇ ਆਪ ਨੂੰ ਸਿੰਗਰ ਤੇ ਨਹੀਂ ਕਹਾਂਗਾ। ਮੇਰੇ ਫਾਦਰ ਬਹੁਤ ਬੜੇ ਕਲਾਸੀਕਲ ਸਿੰਗਰ ਸੀਗੇ ਜੀ ਔਰ ਉਹ ਮੈਨੂੰ ਇਹ ਕਹਿੰਦੇ ਹੁੰਦੇ ਸੀ ਕਿ ਬੇਟੇ ਮੈਂ ਤੈਨੂੰ ਸਿੰਗਰ ਬਣਾਵਾਂਗਾ ਜੀ, ਤੇਰੇ ਅੰਦਰ ਕੁਝ ਹੈ ਜੀ। ਲੇਕਿਨ ਮੈਂ ਜਦੋਂ ਹੀ ਹੋਸ਼ ਸੰਭਾਲੀ ਉਹਨਾਂ ਨੂੰ ਬਿਮਾਰ ਹੀ ਦੇਖਿਆ ਸੀਗਾ ਜੀ। ਹਾਲਾਂਕਿ ਜਦੋਂ ਮੈਂ ਲੇਖਕ ਬਣ ਗਿਆ ਜੀ, ਮੇਰੇ ਸਭ ਤੋਂ ਬੜੇ ਪਾਠਕ, ਮੇਰੇ ਸਭ ਤੋਂ ਬੜੇ ਪ੍ਰਸ਼ੰਸਕ ਵੀ ਮੇਰੇ ਫਾਦਰ ਹੀ ਸੀਗੇ। ਜੀ ਜੀ ਜਦੋਂ ਮੇਰੇ ਕੋਈ ਮੈਗਜ਼ੀਨ ਕੋਈ ਆਂਦਾ ਸੀਗਾ ਮਾਰਕੀਟ 'ਚ, ਉਹ ਸਾਡਾ ਪੁਰਾਣੇ ਇਲਾਕੇ 'ਚ ਮਕਾਨ ਸੀਗਾ ਲੁਧਿਆਣੇ। ਜੀ ਉਹ ਰਿਕਸ਼ਾ ਕਰਕੇ ਗਲੀਆਂ ਦੇ ਵਿੱਚੋਂ ਜਿਹੜਾ ਸੀਗਾ ਉੱਥੇ ਘੰਟਾਘਰ ਚੌਕ ਤੇ ਪਹੁੰਚ ਕੇ ਮੈਗਜ਼ੀਨ ਲੈ ਕੇ ਆਉਂਦੇ ਸੀਗੇ। ਫਿਰ ਮੈਨੂੰ ਲੈਟਰ ਲਿਖਦੇ ਸੀਗੇ, ਜੀ ਕ੍ਰਿਟਿਸਾਈਜ਼ ਵੀ ਕਰਦੇ ਸੀਗੇ, ਐਪਰੀਸ਼ੀਏਟ ਵੀ ਕਰਦੇ ਸੀਗੇ। ਜੀ ਤੇ ਮੇਰੇ ਫਸਟ ਰੀਡਰ ਵੀ ਉਹੀ ਹੁੰਦੇ ਸੀਗੇ। ਜੀ ਲੇਕਿਨ ਜਿਹੜਾ ਉਹਨਾਂ ਦੇ ਅੰਦਰ ਇਹ ਜਜ਼ਬਾ ਸੀਗਾ ਕਿ ਬੇਟੇ ਤੂੰ ਬੜਾ ਹੋ ਕੇ ਸਿੰਗਰ ਬਣਨਾ ਹੈ, ਜੀ ਉਹ ਉਹਨਾਂ ਦੀ ਖੁਆਇਸ਼ ਨਹੀਂ ਪੂਰੀ ਹੋ ਸਕੀ। ਜੀ ਲੇਕਿਨ ਇੱਥੇ ਵੀ ਜਿਹੜਾ ਹੈ ਨਾ ਕਿ ਥੋੜਾ ਬਹੁਤ ਮੈਨੂੰ ਜਦੋਂ ਥਕਾਨ ਮਹਿਸੂਸ ਕਰਦਾ ਸੀ ਮੈਂ ਰਾਈਟਿੰਗ ਤੋਂ ਬਾਅਦ ਮੈਂ ਗੁੰਗੁਣਾਉਣ ਲੱਗ ਜਾਂਦਾ ਸੀਗਾ ਔਰ ਗੁੰਗੁਣਾਉਂਦੀ ਮੇਰੀ ਥਕਾਨ ਦੂਰ ਹੋ ਜਾਂਦੀ ਸੀ। ਅੱਜ ਅਸੀਂ ਗੁੰਗੁਣਾਉਣ ਨਹੀਂ ਦੇਣਾ, ਅੱਜ ਅਸੀਂ ਸੁਣਨਾ ਹੈ ਗੀਤ ਬਕਾਇਦਾ ਗਵਾ ਕੇ ਦੇਖਣਾ ਚਲੋ ਹੈ। ਉਹਦੇ ਵਿੱਚ ਦੇਖੋ ਜਿਹੜੇ ਸਿੰਗਿੰਗ ਦੇ ਜਿਹੜੇ ਟੈਕਨੀਕਸ ਹੁੰਦੇ ਨੇ, ਸਿੰਗਿੰਗ ਜਿਹੜੀਆਂ ਕੁਆਲਿਟੀਆਂ ਨੇ ਉਹ ਤਾਂ ਤੁਹਾਨੂੰ ਨਹੀਂ ਇਹਦੇ 'ਚ ਨਜ਼ਰ ਆਉਣਗੀਆਂ। ਚਲੋ ਮੈਂ ਆਪਣੇ ਵੱਲੋਂ ਨਾ ਇੱਕ ਮੁਹੰਮਦ ਰਫੀ ਦਾ ਪ੍ਰਾਈਵੇਟ Song ਹੈ ਜੀ, ਉਹ ਮੇਰੀ ਜ਼ੁਬਾਨ ਤੇ ਅਕਸਰ ਹਾਲਾਂਕਿ ਇੱਕ ਮੇਰੇ ਨਾਲ ਥੋੜੀ ਜਿਹੀ ਦਿੱਕਤ ਇਹ ਵੀ ਹੈ ਕਿ ਗਾਣਾ ਤੇ ਮੁਹੰਮਦ ਰਫੀ ਦਾ ਲੇਕਿਨ ਤੁਹਾਨੂੰ ਲੱਗੇਗਾ ਕਿ ਮਹਿੰਦਰ ਕਪੂਰ ਗਾ ਰਹੇ ਨੇ ਤੇ ਮੈਂ ਤੁਹਾਨੂੰ ਉਹਦਾ ਥੋੜਾ ਜਿਹਾ ਉਹਨਾਂ ਦੇ ਸ਼ਾਗਿਰਦ ਸੀਗੇ ਮਹਿੰਦਰ। ਚਲੋ ਮੈਂ ਤੁਹਾਨੂੰ ਚਾਰ ਲਾਈਨਾਂ ਸੁਣਾ ਦਿੰਦਾ। ਜ਼ਰੂਰ ਜ਼ਰੂਰ। मेरे लिए तो बस वही पल है हंसी बहार के, मेरे लिए तो बस वही पल है हंसी बहार के, तुम सामने बैठी रहो मैं गीत गाऊं प्यार के, मैं गीत गाऊं प्यार के। ਵਾਹ ਜੀ ਵਾਹ, ਬਹੁਤ ਖੂਬ। ਇਹ ਗੀਤ ਤਾਂ ਮੁਹੰਮਦ ਰਫੀ ਸਾਹਿਬ ਦਾ ਪ੍ਰਾਈਵੇਟ ਗੀਤ ਹੈ, ਲੇਕਿਨ ਮੈਨੂੰ ਲੱਗਦਾ ਹੈ ਕਿ ਪ੍ਰਾਈਵੇਟਲੀ ਤੁਸੀਂ ਆਪਣੀ ਵਾਈਫ ਲਈ ਗਾਇਆ ਹੈ। ਬਿਲਕੁਲ ਬਿਲਕੁਲ ਜੀ, ਉਹਨਾਂ ਨੇ ਗਾਇਆ। ਤੁਸੀਂ ਇਸੇ ਜਜ਼ਬੇ ਦੇ ਨਾਲ ਲੱਗੇ ਰਹੋ। ਤੁਸੀਂ ਇੱਥੇ ਆਏ, ਇੰਨਾ ਸਮਾਂ ਸਾਡੇ ਲਈ ਕੱਢਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮਨੋਹਰ ਸ਼ੁਕਲਾ ਜੀ, ਤੁਹਾਡੇ ਤਾਂ ਬਹੁਤ ਸਾਰੇ ਪਾਠਕ ਨੇ, ਤੁਹਾਨੂੰ ਬਹੁਤ ਯਾਦ ਕਰਦੇ ਆ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਵੀ ਸਾਨੂੰ ਯਾਦ ਰੱਖੋ, ਇਸ ਲਈ ਅਸੀਂ ਇੱਕ ਛੋਟੀ ਜਿਹੀ ਪ੍ਰੇਮ ਭੇਟ ਤੁਹਾਨੂੰ ਦੇਣਾ ਚਾਹਾਂਗੇ। ਤੇ ਇਹਦੇ ਚ ਕੀ ਹੈ ਸ਼ੁਕਲਾ ਸਾਹਿਬ, ਇਹ ਤੁਸੀਂ ਇਹ ਘਰ ਜਾ ਕੇ ਦੇਖਣਾ ਕਿਉਂਕਿ ਇਹ ਵੀ ਇੱਕ ਸਸਪੈਂਸ ਹੈ ਜਿੱਦਾਂ ਕਹਾਣੀ ਦੇ ਵਿੱਚ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਇਹ ਸੀਗੇ ਸਾਡੇ ਅੱਜ ਦੇ ਮਹਿਮਾਨ, ਮਸ਼ਹੂਰ ਇਨਵੈਸਟੀਗੇਟਿਵ ਸਟੋਰੀ ਰਾਈਟਰ ਜਨਾਬ ਮਨੋਹਰ ਸ਼ੁਕਲਾ ਜੀ। ਦੋਸਤੋ, ਤੜਕੇ ਤੜਕੇ ਪ੍ਰੋਗਰਾਮ ਹਾਲੇ ਵੀ ਜਾਰੀ ਹੈ, ਪਰ ਮਿਲਦੇ ਹਾਂ